ਹੈਲੋ एवरीवन ਅੱਜ ਅਸੀਂ ਨੈਕਸਟ ਟੌਪਿਕ ਜਿਹੜਾ ਬਿਜ਼ਨਸ ਸਟੱਡੀ ਕਲਾਸ +2 ਪੰਜਾਬ ਸਕੂਲ ਐਜੂਕੇਸ਼ਨ ਬੋਰਡ ਚੈਪਟਰ 1 ਨੇਚਰ ਐਂਡ ਸਿਗਨੀਫੀਕੈਂਸ ਆਫ ਮੈਨੇਜਮੈਂਟ ਦਾ ਜਿਹੜਾ ਨੈਕਸਟ ਟੌਪਿਕ ਕਵਰ ਕਰਨ ਜਾ ਰਹੇ ਹਾਂ ਉਹ ਹੈ ਜੀ ਮੈਨੇਜਮੈਂਟ ਜਿਹੜਾ ਹੈ ਉਹ ਸਾਇੰਸ ਹੈ ਜਾਂ ਫਿਰ ਆਰਟ ਹੈ। ਕਿਉਂਕਿ ਇਹ ਦੋਨੇ ਟੌਪਿਕ ਮੈਂ ਅਲੱਗ-ਅਲੱਗ ਵੀਡੀਓ ਦੇ ਵਿੱਚ ਲਊਂਗਾ, ਕਿਉਂਕਿ ਜੇਕਰ ਮੈਂ ਇੱਕੋ ਹੀ ਵੀਡੀਓ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀਡੀਓ ਕਾਫੀ ਲੰਬੀ ਹੋ ਜਾਣੀ ਹੈ। ਇਸ ਕਰਕੇ ਮੈਂ 1 ਬਾਏ 1 ਪਹਿਲਾਂ ਸਾਇੰਸ ਦੇ ਬਾਰੇ ਡਿਸਕਸ ਕਰੂੰਗਾ ਕਿ ਮੈਨੇਜਮੈਂਟ ਇੱਕ ਸਾਇੰਸ ਹੈ ਜਾਂ ਨਹੀਂ ਹੈ। ਸੋ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਵਾਟ ਇਜ਼ ਸਾਇੰਸ। ਸਾਇੰਸ ਕੀ ਹੈ? ਸਾਇੰਸ ਇੱਕ ਸਿਸਟਮੈਟਿਕ ਬਾਡੀ ਆਫ ਨੌਲੇਜ ਹੈ ਜਿਹੜੀ ਕਿ ਬਹੁਤ ਸਾਰੇ ਲਾਜ਼ ਐਂਡ ਪ੍ਰਿੰਸੀਪਲਸ ਦੇ ਉੱਪਰ ਜਿਹੜੀ ਆ ਡਿਪੈਂਡ ਕਰਦੀ ਹੈ, ਜਾਂ ਕਹਿ ਸਕਦੇ ਹਾਂ ਕਿ ਜਿਹੜੀ ਕਿ ਇਹ ਐਕਸਪਲੇਨ ਕਰਦੀ ਹੈ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਜਿਹੜੀ ਹੈ ਐਕਸਪਲੇਨ ਕਰਦੀ ਆ ਕਾਰਨ ਕੀ ਨੇ, ਉਹਦੇ ਇਫੈਕਟ ਕੀ ਹੋਣਗੇ। ਸੋ ਸਾਇੰਸ ਜਿਹੜੀ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਡਿਪੈਂਡ ਕਰਦੀ ਹੈ ਵੀ ਇੱਕ ਸਿਸਟਮੈਟਿਕ ਬਾਡੀ ਆਫ ਨੌਲੇਜ ਹੈ। ਬੜੇ ਇਹ ਕਹਿ ਲਓ ਵੀ ਜਿਹੜੀ ਐਜੂਕੇਸ਼ਨ ਹੈ ਜਿਹੜੀ ਉਹ ਬਹੁਤ ਸਿਸਟਮੈਟਿਕ ਤਰੀਕੇ ਦੇ ਨਾਲ ਕਰਵਾਈ ਜਾਂਦੀ ਆ। ਫਿਰ ਲਾਜ਼ ਐਂਡ ਪ੍ਰਿੰਸੀਪਲਸ ਜਿਹੜੇ ਆ ਉਹ ਬਹੁਤ ਅੱਛੇ ਤਰੀਕੇ ਦੇ ਨਾਲ ਐਕਸਪਲੇਨ ਕੀਤੇ ਜਾਂਦੇ ਆ ਵਿਦ ਦਾ ਹੈਲਪ ਆਫ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ। ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਜਿਹੜੇ ਆ ਉਹ ਵੀ ਬਹੁਤ ਜ਼ਰੂਰੀ ਹੋ ਜਾਂਦਾ ਇਹਦੇ ਵਿੱਚ। ਸੋ ਜਦੋਂ ਵੀ ਸਾਇੰਸ ਦੀ ਗੱਲ ਹੋਏਗੀ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਵਰਡ ਜਿਹੜਾ ਬਹੁਤ ਜ਼ਰੂਰੀ ਹੈ ਲਿਖਣਾ। ਸਿਸਟਮੈਟਿਕ ਬਾਡੀ ਆਫ ਨੌਲੇਜ ਲਿਖਣਾ ਵੀ ਬੜਾ ਜ਼ਰੂਰੀ ਹੈ, ਅਤੇ ਤੀਸਰਾ ਲਾਜ਼ ਐਂਡ ਪ੍ਰਿੰਸੀਪਲਸ ਲਿਖਣਾ ਵੀ ਬੜਾ ਜ਼ਰੂਰੀ ਹੈ। ਸੋ ਤਿੰਨ ਚੀਜ਼ਾਂ ਤੁਸੀਂ ਪਹਿਲੀਆਂ ਦੋ ਲਾਈਨਾਂ ਦੇ ਵਿੱਚੋਂ ਹੀ ਕਰ ਲਈਆਂ। ਹੁਣ ਜੇਕਰ ਅਸੀਂ ਕੀਨਸ ਦੇ ਵਰਡ ਨੂੰ ਸਮਝੀਏ ਤਾਂ ਉਹ ਕਹਿੰਦਾ ਹੈ ਜੀ ਸਾਇੰਸ ਇਜ਼ ਅ ਸਿਸਟਮੈਟਿਕ ਬਾਡੀ ਆਫ ਨੌਲੇਜ ਵਿਚ establishes cost and effect relationship between complex phenomena। ਤੇ ਸਾਇੰਸ ਇੱਕ ਸਿਸਟਮੈਟਿਕ ਬਾਡੀ ਆਫ ਨੌਲੇਜ ਹੈ ਜਿਹੜੀ ਕਿ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਜਿਹੜੇ ਆ ਉਹ ਇਸਟੈਬਲਿਸ਼ ਕਰਦੀ ਹੈ ਕੰਪਲੈਕਸ ਫਿਨੋਮੀਨਾ ਦੇ ਵਿੱਚ। ਯਾਨੀ ਬਹੁਤ ਸਾਰੀਆਂ, ਕਿਉਂਕਿ ਵੇਖੋ ਅੱਜ ਕੱਲ੍ਹ ਆਪਣੀ ਬਿਜ਼ਨਸ ਵੀ ਬਹੁਤ ਕੰਪਲੈਕਸ ਹੋ ਗਿਆ, ਕਿਉਂਕਿ ਬਹੁਤ ਸਾਰੇ ਡਿਪਾਰਟਮੈਂਟ ਜਿਹੜੇ ਆ ਉਹ ਇੱਕ ਮੈਨੇਜਮੈਂਟ ਨੂੰ ਜਿਹੜਾ ਹੈ ਉਹ ਸੰਭਾਲਣੇ ਪੈਂਦੇ ਆ। ਸੋ ਉਹਦੇ ਵਾਸਤੇ ਵੇਖਿਆ ਜਾਵੇ ਤਾਂ ਉਹਨਾਂ ਨੂੰ ਬਹੁਤ ਹੀ ਡੀਪ ਸਟੱਡੀ ਜਿਹੜੀ ਹੈ ਕਿਸੇ ਵੀ ਚੀਜ਼ ਦੀ ਜਿਹੜੀ ਉਹ ਆਪਣੀ ਮੈਨੇਜਮੈਂਟ ਦੀ ਜਾਂ ਕਹਿ ਲਓ ਡੇਟਾ ਦੀ ਡੀਪ ਸਟੱਡੀ ਚਾਹੀਦੀ ਹੈ ਜਿਹਦੇ ਨਾਲ ਉਹ ਫਿਊਚਰ ਜਿਹੜਾ ਉਹ ਪ੍ਰੈਡਿਕਟ ਕਰ ਸਕਣ। ਜੇਕਰ ਅਸੀਂ ਸਾਇੰਸ ਦੇ ਫੀਚਰਸ ਦੀ ਗੱਲ ਕਰੀਏ ਤਾਂ ਸਾਇੰਸ ਦੇ ਫੀਚਰਸ ਦੇ ਵਿੱਚ ਸਭ ਤੋਂ ਪਹਿਲਾ ਫੀਚਰ ਆ ਜਾਂਦਾ ਜੀ ਸਾਇੰਸ ਇਜ਼ ਅ ਸਿਸਟਮੈਟਿਕ ਬਾਡੀ ਆਫ ਨੌਲੇਜ। ਸਾਇੰਸ ਇੱਕ ਸਿਸਟਮੈਟਿਕ ਬਾਡੀ ਆਫ ਨੌਲੇਜ ਹੈ। ਇਹਦੇ ਬਾਰੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਸਾਇੰਸ ਦੇ ਵਿੱਚ ਜਿਹੜੇ ਵੀ ਸਬਜੈਕਟ ਟੀਚ ਕੀਤੇ ਜਾਂਦੇ ਆ, ਪੜ੍ਹਾਏ ਜਾਂਦੇ ਆ, ਜਿਵੇਂ ਫਿਜ਼ਿਕਸ ਹੋ ਗਿਆ, ਕੈਮਿਸਟਰੀ ਹੋ ਗਿਆ, ਬਾਇਓਲੋਜੀ ਹੋ ਗਿਆ, ਇਹ ਸਾਰੇ ਸਬਜੈਕਟਸ ਬਹੁਤ ਸਿਸਟਮੈਟਿਕ ਤਰੀਕੇ ਦੇ ਨਾਲ ਪੜ੍ਹਾਏ ਜਾਂਦੇ ਆ, ਬਹੁਤ ਸਿਸਟਮੈਟਿਕ ਤਰੀਕੇ ਦੇ ਨਾਲ ਟੀਚ ਕੀਤੇ ਜਾਂਦੇ ਆ। ਸੋ ਸਭ ਤੋਂ ਪਹਿਲਾ ਫੀਚਰ ਜਿਹੜਾ ਇਹੀ ਹੈ ਜੀ ਸਿਸਟਮੈਟਿਕ ਬਾਡੀ ਆਫ ਨੌਲੇਜ ਹੈ। ਦੂਸਰਾ ਜਿਹੜਾ ਫੀਚਰ ਆ ਜਾਂਦਾ ਜੀ ਇਹਦਾ ਪ੍ਰਿੰਸੀਪਲਸ ਆਫ ਸਾਇੰਸ ਆਰ ਡਿਵੈਲਪਡ ਔਨ ਦਾ ਬੇਸਿਸ ਆਫ ਕੰਟੀਨਿਊਡ ਆਬਜ਼ਰਵੇਸ਼ਨ। ਵੇਖੋ ਕਿਸੇ ਵੀ ਚੀਜ਼ ਨੂੰ ਵੈਰੀਫਾਈ ਕਰਨਾ, ਉਹ ਵੈਰੀਫਾਈ ਇੱਕ ਵਾਰ ਐਕਸਪੈਰੀਮੈਂਟ ਕਰਨ ਦੇ ਨਾਲ ਹੀ ਵੈਰੀਫਾਈ ਨਹੀਂ ਕਰ ਸਕਦੇ ਉਹਨੂੰ, ਜਾਂ ਆਪਾਂ ਇੱਕ ਵਾਰ ਐਕਸਪੈਰੀਮੈਂਟ ਕਰਨ ਦੇ ਨਾਲ ਹੀ ਉਹਦੇ ਰਿਜ਼ਲਟ ਨੂੰ ਅਸੀਂ ਪ੍ਰੂਵ ਨਹੀਂ ਕਰ ਸਕਦੇ। ਸੋ ਇਸ ਲਈ ਤੁਹਾਨੂੰ ਕੀ ਕਰਨਾ ਪਵੇਗਾ ਕਿ ਜਦੋਂ ਤੁਸੀਂ ਡਿਫਰੈਂਟ ਸਿਚੁਏਸ਼ਨਸ ਦੇ ਵਿੱਚ ਚੀਜ਼ਾਂ ਨੂੰ ਓਬਜ਼ਰਵ ਕਰ ਰਹੇ ਹੋ, ਜਦੋਂ ਤੁਸੀਂ ਸੇਮ ਸਿਚੁਏਸ਼ਨ ਨੂੰ ਬਾਰ-ਬਾਰ ਓਬਜ਼ਰਵ ਕਰਨ ਦੇ ਬਾਅਦ ਸੇਮ ਰਿਜ਼ਲਟ ਆਏਗਾ, ਉਸ ਚੀਜ਼ ਨੂੰ ਤੁਸੀਂ ਵੈਰੀਫਾਈ ਕਰੋਗੇ ਕਿ ਜੇਕਰ ਇਸ ਤਰੀਕੇ ਨਾਲ ਬਿਜ਼ਨਸ ਕੀਤਾ ਜਾਵੇ ਤਾਂ ਉਹਦਾ ਰਿਜ਼ਲਟ ਇਹ ਆਏਗਾ। ਸੋ ਜਿਹੜੇ ਸਾਇੰਸ ਦੇ ਪ੍ਰਿੰਸੀਪਲਸ ਨੇ ਨਾ ਉਹ ਲਗਾਤਾਰ ਓਬਜ਼ਰਵੇਸ਼ਨਸ ਦੇ ਉੱਪਰ ਜਿਹੜੇ ਆ ਉਹ ਡਿਵੈਲਪ ਕੀਤੇ ਜਾਂਦੇ ਆ। ਸੋ ਤੀਸਰਾ ਹੈ ਜੀ ਫੀਚਰ ਸਾਇੰਸ ਦਾ ਪ੍ਰਿੰਸੀਪਲਸ ਆਫ ਸਾਇੰਸ ਆਰ ਐਗਜ਼ੈਕਟ ਐਂਡ ਯੂਨੀਵਰਸਲ। ਜਿਹੜੇ ਸਾਇੰਸ ਦੇ ਪ੍ਰਿੰਸੀਪਲਸ ਨੇ ਉਹ ਐਗਜ਼ੈਕਟ ਹੈ ਅਤੇ ਯੂਨੀਵਰਸਲ ਹੈ। ਐਗਜ਼ੈਕਟ ਦਾ ਮਤਲਬ ਹੈ ਬਾਰ-ਬਾਰ ਉਹਨਾਂ ਨੂੰ ਓਬਜ਼ਰਵ ਕਰਕੇ ਵੈਰੀਫਾਈ ਕੀਤਾ ਗਿਆ ਹੈ। ਯੂਨੀਵਰਸਲ ਦਾ ਮਤਲਬ ਹੈ ਜਿਹੜਾ ਹਰ ਥਾਂ 'ਤੇ ਐਪਲੀਕੇਬਲ ਹੋਵੇ। ਸੋ ਸਾਇੰਸ ਦੇ ਪ੍ਰਿੰਸੀਪਲਸ ਬੜੇ ਹੀ ਬਾਰ-ਬਾਰ ਐਕਸਪੈਰੀਮੈਂਟ ਦੇ ਨਾਲ ਜਿਹੜੇ ਵੈਰੀਫਾਈ ਕੀਤੇ ਗਏ ਆ, ਪ੍ਰੂਵ ਕੀਤੇ ਗਏ ਆ, ਅਤੇ ਉਹਨਾਂ ਨੂੰ ਯੂਨੀਵਰਸਲੀ ਜਿਹੜਾ ਹਰ ਜਗ੍ਹਾ 'ਤੇ ਜਿਹੜਾ ਯੂਜ਼ ਕੀਤਾ ਜਾਂਦਾ ਹੈ। ਚੌਥਾ ਜਿਹੜਾ ਫੀਚਰ ਆ ਜਾਂਦਾ ਜੀ ਸਾਇੰਸ ਦਾ ਉਹ ਇਹ ਹੈ ਕਿ ਇਹਦੇ ਵਿੱਚ ਪ੍ਰਿੰਸੀਪਲਸ ਆਫ ਸਾਇੰਸ ਦੇ ਵਿੱਚ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਜਿਹੜਾ ਹੈ ਉਹ ਐਕਸਪਲੇਨ ਕੀਤਾ ਜਾਂਦਾ ਹੈ ਬਿਟਵੀਨ ਕੰਪਲੈਕਸ ਕੰਸੈਪਟ ਐਂਡ ਫੈਕਟਸ। ਕਿ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਦੇ ਵਿੱਚ ਤੁਸੀਂ ਪੜ੍ਹੋਗੇ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਘਟਨਾ ਦਾ ਕਾਰਨ ਕੀ ਹੈ, ਉਸ ਘਟਨਾ ਦਾ ਇਫੈਕਟ ਕੀ ਹੋਵੇਗਾ। ਸੋ ਇਹ ਹੈ ਜੀ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ। ਨੈਕਸਟ ਜਿਹੜਾ ਫੀਚਰ ਆ ਜਾਂਦਾ ਜੀ ਸਾਇੰਸ ਦਾ ਪ੍ਰੈਕਟੀਕਲ ਐਪਲੀਕੇਬਿਲਿਟੀ ਆਫ ਦਾ ਪ੍ਰਿੰਸੀਪਲਸ ਆਫ ਸਾਇੰਸ ਕੈਨ ਬੀ ਵੈਰੀਫਾਈਡ। ਸੋ ਵੇਖੋ ਜਦੋਂ ਵੀ ਅਸੀਂ ਕਿਸੇ ਵੀ ਪ੍ਰਿੰਸੀਪਲ ਨੂੰ ਪ੍ਰੈਕਟੀਕਲੀ ਅਪਲਾਈ ਕਰਦੇ ਹਾਂ ਨਾ, ਸਾਇੰਸ ਦੇ ਪ੍ਰਿੰਸੀਪਲ ਨੂੰ ਖਾਸ ਕਰਕੇ, ਸੋ ਉਹਨੂੰ ਵੈਰੀਫਾਈ ਕੀਤਾ ਜਾ ਸਕਦਾ ਹੈ। ਸੋ ਇਹ ਵੀ ਫੀਚਰ ਹੈ ਇਹਦਾ। ਲਾਸਟ ਫੀਚਰ ਹੈ ਜੀ ਪ੍ਰੈਡਿਕਸ਼ਨਸ ਕੈਨ ਬੀ ਮੇਡ ਔਨ ਦਾ ਬੇਸਿਸ ਆਫ ਪ੍ਰਿੰਸੀਪਲਸ ਆਫ ਸਾਇੰਸ। ਸੋ ਜਦੋਂ ਅਸੀਂ ਪ੍ਰਿੰਸੀਪਲਸ ਆਫ ਸਾਇੰਸ ਦੀ ਗੱਲ ਕਰਦੇ ਹਾਂ, ਸੋ ਉਹਦੇ ਅਕੋਰਡਿੰਗ ਅਸੀਂ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਕਿਸੇ ਫਿਊਚਰ ਨੂੰ ਜਿਹੜਾ ਉਹ ਪ੍ਰੈਡਿਕਟ ਕਰ ਸਕਦੇ ਹਾਂ, ਤਾਂ ਕਿ
ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਉਸ ਚੀਜ਼ ਤੋਂ ਨਿਪਟਣ ਵਾਸਤੇ ਅਸੀਂ ਪਹਿਲਾਂ ਹੀ ਤਿਆਰੀਆਂ ਜਿਹੜੀਆਂ ਉਹ ਕਰਕੇ ਰੱਖੀਏ। ਨੈਕਸਟ ਜਿਹੜਾ ਮੈਨੇਜਮੈਂਟ ਨੂੰ ਜੇਕਰ ਅਸੀਂ ਇੱਕ ਸਾਇੰਸ ਕਹੀਏ ਤੇ ਹੁਣ ਜਿਹੜਾ ਮੇਨ ਮੁੱਦਾ ਹੈ ਆਪਣਾ, ਜਿਹੜਾ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਇੰਪੋਰਟੈਂਟ ਚੀਜ਼ ਹੈ ਕਿ ਮੈਨੇਜਮੈਂਟ ਇੱਕ ਸਾਇੰਸ ਹੈ ਜਾਂ ਨਹੀਂ ਹੈ। ਉਹਦੇ ਲਈ ਤੁਸੀਂ ਸਭ ਤੋਂ ਇੰਪੋਰਟੈਂਟ ਚੀਜ਼ ਇਹੀ ਡਿਸਕਸ ਕਰੋਗੇ ਕਿ ਜੇਕਰ ਮੈਨੇਜਮੈਂਟ ਨੂੰ ਇੱਕ ਸਾਇੰਸ ਹੈ ਜਾਂ ਨਹੀਂ ਹੈ, ਜੇ ਐਕਸਪਲੇਨ ਕਰਨਾ ਹੋਵੇ ਤਾਂ ਤੁਸੀਂ ਕਿਹੜੇ ਕਿਹੜੇ ਪੁਆਇੰਟਸ ਜਿਹੜੇ ਆ ਉਹ ਐਕਸਪਲੇਨ ਕਰੋਗੇ। ਸੋ ਇਹ ਕੁਝ ਫੀਚਰਸ ਨੇ ਜਿਹੜੇ ਕਿ ਦੋਨਾਂ ਦੇ ਵਿੱਚ ਨੇ। ਜਿਵੇਂ ਆਪਾਂ ਸਭ ਤੋਂ ਪਹਿਲੀ ਗੱਲ ਕੀਤੀ ਹੈ ਜੀ ਸਿਸਟਮੈਟਿਕ ਬਾਡੀ ਆਫ ਨੌਲੇਜ, ਇਹ ਉਹ ਪੁਆਇੰਟ ਹੈ ਕਿ ਮੈਨੇਜਮੈਂਟ ਦੇ ਵਿੱਚ ਵੀ ਇੱਕ ਸਿਸਟਮੈਟਿਕ ਬਾਡੀ ਆਫ ਨੌਲੇਜ ਹੈ, ਕਿਉਂਕਿ ਮੈਨੇਜਮੈਂਟ ਦੇ ਵਿੱਚ ਵੀ ਜਿਹੜੇ ਸਬਜੈਕਟ ਟੀਚ ਕੀਤੇ ਜਾਂਦੇ ਆ, ਪੜ੍ਹਾਏ ਜਾਂਦੇ ਆ, ਅਕੈਡਮਿਕ ਤੌਰ 'ਤੇ ਜਿਹੜਾ ਉਹ ਮਤਲਬ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜਾ ਟੀਚ ਕੀਤੇ ਜਾਂਦੇ ਆ, ਪੜ੍ਹਾਏ ਜਾਂਦੇ ਆ। ਸੋ ਮੈਨੇਜਮੈਂਟ ਵੀ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਸਾਇੰਸ ਦੇ ਵਿੱਚ ਸਿਸਟਮੈਟਿਕ ਬਾਡੀ ਆਫ ਨੌਲੇਜ ਹੈ, ਮੈਨੇਜਮੈਂਟ ਦੇ ਵਿੱਚ ਵੀ ਸਿਸਟਮੈਟਿਕ ਬਾਡੀ ਆਫ ਨੌਲੇਜ ਹੈ, ਕਿਉਂਕਿ ਉਹਦੇ ਵਿੱਚ ਵੀ ਬਹੁਤ ਜ਼ਰੂਰੀ ਆ ਕਿ ਜਿਹੜੇ ਵੀ ਸਬਜੈਕਟ ਟੀਚ ਕੀਤੇ ਜਾਣ ਉਹ ਆਉਣ ਵਾਲੇ ਸਮੇਂ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਕੰਮ ਆਉਣ, ਕਿਸੇ ਵੀ ਬਿਜ਼ਨਸ ਨੂੰ ਕੰਟਰੋਲ ਕਰਨ ਵਾਸਤੇ ਕੰਮ ਆਉਣ। ਸੋ ਉਹ ਸਬਜੈਕਟਸ ਐਕਸਪਰਟਸ ਦੁਆਰਾ, ਮੈਨੇਜਮੈਂਟ ਐਕਸਪਰਟਸ ਦੁਆਰਾ ਬਣਾਏ ਗਏ ਆ, ਉਹ ਸਬਜੈਕਟਸ ਐਕੈਡਮਿਕ ਸਕਾਲਰਸ ਦੁਆਰਾ ਬਣਾਏ ਗਏ ਆ, ਜਿਨ੍ਹਾਂ ਨੇ ਬਹੁਤ ਸਾਲ ਲਗਾ ਕੇ ਮਿਹਨਤ ਕਰਕੇ ਜਿਹੜਾ ਉਹ ਪ੍ਰਿੰਸੀਪਲਸ ਆਫ ਮੈਨੇਜਮੈਂਟ ਜਿਹੜੇ ਬਣਾਏ ਆ, ਡਿਵੈਲਪ ਕੀਤੇ ਆ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ FW ਟੇਲਰ ਦਾ ਨਾਂ ਆਇਆ ਜੀ। FW ਟੇਲਰ ਨੇ ਸਾਇੰਟੀਫਿਕ ਮੈਨੇਜਮੈਂਟ ਦਾ ਕੰਸੈਪਟ ਜਿਹੜਾ ਦਿੱਤਾ ਸੀਗਾ, ਅਤੇ ਕੁਝ ਇਹਦੇ ਨਾਲ ਰਿਲੇਟਡ ਆਉਣ ਵਾਲੇ ਚੈਪਟਰ ਦੇ ਵਿੱਚ ਅਸੀਂ ਪ੍ਰਿੰਸੀਪਲਸ ਵੀ ਪੜਾਂਗੇ। ਸੋ ਸਭ ਤੋਂ ਪਹਿਲਾ ਫੀਚਰ ਇਹਦਾ ਇਹੀ ਹੈ ਜੀ ਕਿ ਸਿਸਟਮੈਟਿਕ ਬਾਡੀ ਆਫ ਨੌਲੇਜ ਹੈ। ਮੈਨੇਜਮੈਂਟ ਵੀ ਸਿਸਟਮੈਟਿਕ ਬਾਡੀ ਆਫ ਨੌਲੇਜ ਹੈ ਅਤੇ ਸਾਇੰਸ ਵੀ ਸਿਸਟਮੈਟਿਕ ਬਾਡੀ ਆਫ ਨੌਲੇਜ ਹੈ। ਹੁਣ ਮੈਨੇਜਮੈਂਟ ਸਾਇੰਸ ਹੈ ਕਿ ਨਹੀਂ, ਉਹਦਾ ਦੂਸਰਾ ਫੀਚਰ ਹੈ ਜੀ ਕੰਟੀਨਿਊਡ ਆਬਜ਼ਰਵੇਸ਼ਨ। ਹੁਣ ਵੇਖਿਆ ਜਾਵੇ ਤਾਂ ਜਿਹੜੇ ਆਪਣੇ ਮੈਨੇਜਮੈਂਟ ਦੇ ਪ੍ਰਿੰਸੀਪਲਸ ਨੇ ਜਿਹੜੇ ਅਸੀਂ ਫਾਰਮ ਕੀਤੇ ਆ, ਚਾਹੇ ਉਹ ਹੈਨਰੀ ਫਿਓਲ ਦੇ ਹੋਣ, ਚਾਹੇ ਉਹ FW ਟੇਲਰ ਦੇ ਹੋਣ, ਉਹਨਾਂ ਨੂੰ ਕੰਟੀਨਿਊਡ ਆਬਜ਼ਰਵੇਸ਼ਨ ਤੋਂ ਬਾਅਦ ਹੀ ਡਿਵੈਲਪ ਕੀਤਾ ਗਿਆ ਹੈ। ਸੋ ਇਹ ਪੁਆਇੰਟ ਵੀ ਬਿਲਕੁਲ ਸਹੀ ਬੈਠਦਾ ਹੈ ਇੱਥੇ ਕਿ ਕੰਟੀਨਿਊਡ ਆਬਜ਼ਰਵੇਸ਼ਨ ਸਾਇੰਸ ਦੇ ਵਿੱਚ ਵੀ ਹੁੰਦੀ ਹੈ ਅਤੇ ਮੈਨੇਜਮੈਂਟ ਦੇ ਵਿੱਚ ਵੀ ਲਗਾਤਾਰ ਚੱਲਦੀ ਰਹਿੰਦੀ ਹੈ। ਤੀਸਰਾ ਪੁਆਇੰਟ ਹੈ ਜੀ ਯੂਨੀਵਰਸੈਲਿਟੀ। ਯੂਨੀਵਰਸੈਲਿਟੀ ਦਾ ਮਤਲਬ ਹੈ ਕਿ ਜਿਹੜੀ ਚੀਜ਼ ਹਰ ਥਾਂ 'ਤੇ ਅਵੇਲੇਬਲ ਹੋਵੇ। ਜਿਵੇਂ ਫਿਜ਼ਿਕਸ, ਕੈਮਿਸਟਰੀ ਹਰ ਥਾਂ 'ਤੇ ਅਵੇਲੇਬਲ ਹੁੰਦੀ ਹੈ, ਉਸੇ ਤਰੀਕੇ ਨਾਲ ਪ੍ਰਿੰਸੀਪਲਸ ਆਫ ਮੈਨੇਜਮੈਂਟ ਵੀ ਹਰ ਜਗ੍ਹਾ 'ਤੇ ਐਪਲੀਕੇਬਲ ਨੇ, ਹਰ ਜਗ੍ਹਾ 'ਤੇ ਅਪਲਾਈ ਹੁੰਦੇ ਆ। ਸੋ ਤੀਸਰਾ ਫੀਚਰ ਯੂਨੀਵਰਸੈਲਿਟੀ। ਅਤੇ ਚੌਥਾ ਫੀਚਰ ਇਹਦਾ ਆ ਜਾਂਦਾ ਜੀ ਮੈਨੇਜਮੈਂਟ ਇੱਕ ਸਾਇੰਸ ਹੈ ਕਿ ਨਹੀਂ ਹੈ, ਉਹ ਹੈ ਜੀ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ। ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਸਾਇੰਸ ਦੇ ਵਿੱਚ ਪੜ੍ਹਿਆ ਕਿ ਕਿਸੇ ਵੀ ਚੀਜ਼ ਦਾ ਕਾਰਨ, ਕਿਸੇ ਵੀ ਚੀਜ਼ ਦੇ ਇਫੈਕਟ, ਉਹਦਾ ਕਾਰਨ ਕੀ ਹੈ, ਉਹਦੇ ਇਫੈਕਟਸ ਕੀ ਹੋਣਗੇ, ਇਹ ਸਾਇੰਸ ਦੇ ਵਿੱਚ ਬਹੁਤ ਫੋਕਸ ਕੀਤਾ ਜਾਂਦਾ। ਮੈਨੇਜਮੈਂਟ ਦੇ ਵਿੱਚ ਵੀ ਇਸੇ ਤਰੀਕੇ ਨਾਲ ਇੱਦਾਂ ਹੀ ਆ। ਜੇਕਰ ਅਸੀਂ ਕਿਸੇ ਐਫੀਸ਼ੀਐਂਟ ਮੈਨੇਜਮੈਂਟ ਦੀ ਗੱਲ ਕਰਦੇ ਹਾਂ ਨਾ, ਐਗਜ਼ਾਮਪਲ ਦੇ ਤੌਰ 'ਤੇ ਜਿਵੇਂ ਇਹਨਾਂ ਨੇ ਐਗਜ਼ਾਮਪਲ ਲਿਆ ਕਿ ਜੇਕਰ ਐਫੀਸ਼ੀਐਂਟ ਮੈਨੇਜਮੈਂਟ ਦੀ ਆਪਾਂ ਗੱਲ ਕਰਦੇ ਹਾਂ, ਐਫੀਸ਼ੀਐਂਟ ਮੈਨੇਜਮੈਂਟ ਕਿਸੇ ਵੀ ਆਰਗੇਨਾਈਜੇਸ਼ਨ ਦਾ ਸਕਸੈਸ ਜਿਹੜਾ ਕਿਸੇ ਵੀ ਐਫੀਸ਼ੀਐਂਟ ਮੈਨੇਜਮੈਂਟ ਦੇ ਉੱਪਰ ਡਿਪੈਂਡ ਕਰਦਾ। ਯਾਨੀ ਐਫੀਸ਼ੀਐਂਟ ਮੈਨੇਜਮੈਂਟ ਕਾਜ਼ ਹੈ, ਇਫੈਕਟ ਕੀ ਹੋਇਆ ਜੀ, ਇਫੈਕਟ ਹੋਇਆ ਕਿ ਉਹ ਆਰਗੇਨਾਈਜੇਸ਼ਨ ਸਕਸੈਸਫੁਲ ਹੋਇਆ। ਹੁਣ ਇਹਦੇ ਅਪੋਜ਼ਿਟ ਜੇਕਰ ਕੋਈ ਮੈਨੇਜਮੈਂਟ ਐਫੀਸ਼ੀਐਂਟ ਨਹੀਂ ਹੈਗੀ ਤਾਂ ਉਹਦਾ ਇਫੈਕਟ ਕੀ ਹੋਏਗਾ ਕਿ ਉਹ ਆਰਗੇਨਾਈਜੇਸ਼ਨ ਜਿਹੜਾ ਉਹ ਸਕਸੈਸਫੁਲ ਨਹੀਂ ਹੋਵੇਗਾ। ਸੋ ਇਸੇ ਤਰੀਕੇ ਨਾਲ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਮੈਨੇਜਮੈਂਟ ਦੇ ਵਿੱਚ ਵੀ ਹੈ। ਪੰਜਵਾਂ ਪੁਆਇੰਟ ਹੈ ਜੀ ਵੈਰੀਫਿਕੇਸ਼ਨ ਆਫ ਪ੍ਰਿੰਸੀਪਲਸ। ਜਿਵੇਂ ਸਾਇੰਸ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਪ੍ਰੈਕਟੀਕਲ, ਕਿਸੇ ਵੀ ਪ੍ਰਿੰਸੀਪਲ ਨੂੰ ਪ੍ਰੈਕਟੀਕਲੀ ਅਪਲਾਈ ਕਰਕੇ ਜਿਹੜਾ ਉਹ ਵੈਰੀਫਾਈ ਕੀਤਾ ਜਾਂਦਾ ਹੈ। ਸੇਮ ਇਸੇ ਤਰੀਕੇ ਦੇ ਨਾਲ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲਸ ਨੇ ਉਹਨਾਂ ਨੂੰ ਵੀ ਵੈਰੀਫਾਈ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਮੈਨੇਜਮੈਂਟ ਐਕਸਪਰਟਸ ਜਾਂ ਅਕੈਡਮਿਕ ਸਕਾਲਰਸ ਜਿਹੜੇ ਆ, ਉਹਨਾਂ ਨੇ ਬਹੁਤ ਸਾਰੀਆਂ ਸਟੱਡੀਜ਼ ਕੀਤੀਆਂ, ਪ੍ਰੈਕਟੀਕਲ ਐਪਲੀਕੇਬਿਲਿਟੀ ਕੀਤੀ ਆ ਉਹਨਾਂ ਨੇ, ਮਤਲਬ ਕਹਿਣ ਦਾ ਮਤਲਬ ਪ੍ਰੈਕਟੀਕਲੀ ਉਹਨਾਂ ਨੇ ਉਹ ਸਾਰੇ ਪ੍ਰਿੰਸੀਪਲਸ ਅਪਲਾਈ ਕੀਤੇ ਆ ਮੈਨੇਜਮੈਂਟ ਦੇ ਉੱਪਰ, ਅਤੇ ਉਹਨਾਂ ਨੂੰ ਅਪਲਾਈ ਕਰਨ ਤੋਂ ਬਾਅਦ ਉਹਨਾਂ ਨੇ ਉਹ ਪ੍ਰਿੰਸੀਪਲਸ ਜਿਹੜੇ ਆ ਉਹ ਵੈਰੀਫਾਈ ਕੀਤੇ ਆ। ਸੋ ਇਸ ਕਰਕੇ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਸਾਇੰਸ ਦੇ ਪ੍ਰਿੰਸੀਪਲਸ ਵੈਰੀਫਾਈ ਹੋ ਸਕਦੇ ਆ, ਉਸੇ ਤਰੀਕੇ ਦੇ ਨਾਲ ਮੈਨੇਜਮੈਂਟ ਦੇ ਪ੍ਰਿੰਸੀਪਲਸ ਵੀ ਵੈਰੀਫਾਈ ਹੋ ਸਕਦੇ ਆ। ਅਤੇ 6ਵਾਂ ਪੁਆਇੰਟ ਹੈ ਜੀ ਪ੍ਰੈਡਿਕਸ਼ਨ ਵਾਲੇ ਪੁਆਇੰਟ ਦੇ ਵਿੱਚ। ਹੁਣ ਜੇਕਰ ਅਸੀਂ ਸਾਇੰਸ ਦੀ ਗੱਲ ਕਰੀਏ ਨਾ, ਸਾਇੰਸ ਦੇ ਵਿੱਚ ਕੀ ਆ, ਪ੍ਰੈਡਿਕਸ਼ਨ ਕਰਨੀ ਆਸਾਨ ਹੈ, ਲੇਕਿਨ ਜੇਕਰ ਅਸੀਂ ਮੈਨੇਜਮੈਂਟ ਦੀ ਗੱਲ ਕਰੀਏ ਨਾ, ਮੈਨੇਜਮੈਂਟ ਦੇ ਵਿੱਚ ਪ੍ਰੈਡਿਕਸ਼ਨ ਇਸ ਕਰਕੇ ਆਸਾਨ ਨਹੀਂ ਹੈ ਕਿਉਂਕਿ ਇਹਦੇ ਵਿੱਚ ਹਿਊਮਨ ਬਿਹੇਵੀਅਰ ਇਨਵੋਲਵ ਹੈ, ਹਿਊਮਨ ਰਿਸੋਰਸਿਸ ਇਨਵੋਲਵ ਆ। ਹਿਊਮਨ ਰਿਸੋਰਸਿਸ ਇਨਵੋਲਵ ਹੋਣ ਦੇ ਨਾਲ ਕੀ ਆ ਕਿਉਂਕਿ ਹਿਊਮਨ ਬਿਹੇਵੀਅਰ ਚੇਂਜ ਹੁੰਦਾ ਰਹਿੰਦਾ ਸਿਚੁਏਸ਼ਨ ਦੇ ਅਕੋਰਡਿੰਗ। ਸੋ ਉਹਨਾਂ ਦੇ ਅਕੋਰਡਿੰਗ ਕਿਸੇ ਵੀ ਚੀਜ਼ ਨੂੰ ਨੇਚਰ ਬਿਹੇਵੀਅਰ ਦੇ ਅਕੋਰਡਿੰਗ, ਕਿਸੇ ਵੀ ਹਿਊਮਨ ਬੀਇੰਗ ਦੇ ਨੇਚਰ ਅਤੇ ਬਿਹੇਵੀਅਰ ਦੇ ਅਕੋਰਡਿੰਗ ਜੇਕਰ ਚੀਜ਼ਾਂ ਨੂੰ ਪ੍ਰੈਡਿਕਟ ਕੀਤਾ ਜਾਵੇ ਤਾਂ ਉਹ ਬਹੁਤ ਮੁਸ਼ਕਿਲ ਹੋਵੇਗਾ। ਇਸ ਕਰਕੇ ਪ੍ਰੈਡਿਕਸ਼ਨ ਵਾਲਾ ਪਾਰਟ ਜਿਹੜਾ ਸਾਇੰਸ ਦੇ ਉੱਪਰ
बिल्कुल सही बैठता, लेकिन ਜਦੋਂ ਆਪਾਂ ਮੈਨੇਜਮੈਂਟ ਦੀ ਗੱਲ ਕਰਦੇ ਹਾਂ ਉੱਥੇ ਫਿਰ ਇਹ ਪੂਰਾ ਸਹੀ ਨਹੀਂ ਬੈਠਦਾ, ਇਸ ਕਰਕੇ ਪ੍ਰੈਡਿਕਸ਼ਨ ਵਾਲਾ ਪੁਆਇੰਟ ਜਿਹੜਾ ਪੂਰਾ ਐਪਲੀਕੇਬਲ ਨਹੀਂ ਹੈ। ਹੁਣ ਜੇਕਰ ਅਸੀਂ ਕੰਕਲੂਜਨ ਕੱਢਣਾ ਚਾਹੀਏ ਕਿ ਮੈਨੇਜਮੈਂਟ ਸਾਇੰਸ ਹੈ ਕਿ ਨਹੀਂ ਹੈ, ਸੋ ਇਹਦਾ ਜਵਾਬ ਇਹ ਆਏਗਾ ਕਿ ਮੈਨੇਜਮੈਂਟ ਸਾਇੰਸ ਹੈ, ਲੇਕਿਨ ਉਹ ਐਗਜ਼ੈਕਟ ਸਾਇੰਸ ਨਹੀਂ ਹੈ। ਮੈਨੇਜਮੈਂਟ ਇਜ਼ ਨਾਟ ਐਨ ਐਗਜ਼ੈਕਟ ਸਾਇੰਸ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਫਿਜ਼ਿਕਸ ਕੈਮਿਸਟਰੀ ਵਰਗੇ ਸਬਜੈਕਟਸ ਵਿੱਚ, ਜਿਵੇਂ ਆਪਾਂ ਸਾਇੰਸ ਦੇ ਸਬਜੈਕਟਸ ਦੀ ਗੱਲ ਕਰਦੇ ਹਾਂ, ਇਹਨਾਂ ਦੇ ਇਹ ਐਗਜ਼ੈਕਟ ਸਾਇੰਸ ਆ, ਲੇਕਿਨ ਜਿਹੜੀ ਮੈਨੇਜਮੈਂਟ ਆ ਉਹ ਇਨ ਐਗਜ਼ੈਕਟ ਸਾਇੰਸ ਹੈ। ਉਹਦਾ ਰੀਜ਼ਨ ਇਹ ਆ ਕਿਉਂਕਿ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਲਾਸਟ ਪੁਆਇੰਟ ਦੇ ਵਿੱਚ ਸਮਝਾਇਆ ਕਿ ਹਿਊਮਨ ਬੀਇੰਗਸ ਇਨਵੋਲਵ ਨੇ, ਹਿਊਮਨ ਬੀਇੰਗਸ ਦਾ ਨੇਚਰ, ਹਿਊਮਨ ਬੀਇੰਗਸ ਦਾ ਬਿਹੇਵੀਅਰ ਚੇਂਜਸ ਹੁੰਦਾ ਰਹਿੰਦਾ ਹੈ ਅਕੋਰਡਿੰਗ ਵਿਦ ਦ ਚੇਂਜਸ ਇਨ ਟਾਈਮ ਐਂਡ ਸਰਕਮਸਟੈਂਸਿਸ। ਯਾਨੀ ਸਿਚੁਏਸ਼ਨਸ ਦੇ ਮੁਤਾबिक, ਸਮੇਂ ਦੇ ਮੁਤਾबिक ਹਿਊਮਨ ਬਿਹੇਵੀਅਰ ਚੇਂਜ ਹੁੰਦਾ ਹੈ, ਇਸ ਕਰਕੇ ਇਹਨੂੰ ਅਸੀਂ ਨਹੀਂ ਪ੍ਰੈਡਿਕਟ ਕਰ ਸਕਦੇ। ਸਭ ਤੋਂ ਪਹਿਲੀ ਚੀਜ਼ ਤੇ ਇਹ। ਦੂਸਰੀ ਚੀਜ਼ ਇਹ ਹੈ ਜੀ, ਜਿਵੇਂ ਤੁਸੀਂ ਵੇਖਿਆ ਹੋਊਗਾ ਸਾਇੰਸ ਦੇ ਵਿੱਚ ਅਸੀਂ ਲੈਬਸ ਦੇ ਵਿੱਚ ਜਾ ਕੇ ਆਪਣੇ ਕਿਸੇ ਵੀ ਪ੍ਰਿੰਸੀਪਲਸ ਨੂੰ ਅਪਲਾਈ ਕਰਕੇ ਤੁਸੀਂ ਇਹਨੂੰ ਵੈਰੀਫਾਈ ਕਰ ਸਕਦੇ ਹੋ, ਲੇਕਿਨ ਮੈਨੇਜਮੈਂਟ ਦੇ ਵਿੱਚ ਇੱਦਾਂ ਨਹੀਂ ਹੈ। ਮੈਨੇਜਮੈਂਟ ਦੇ ਵਿੱਚ ਕਿਸੇ ਵੀ ਲੈਬੋਰੇਟਰੀ ਦੇ ਵਿੱਚ ਜਿਹੜਾ ਇਹ ਚੀਜ਼ਾਂ ਜਿਹੜੀਆਂ ਉਹ ਅਸੀਂ ਵੈਰੀਫਾਈ ਨਹੀਂ ਕਰ ਸਕਦੇ। ਸੋ ਵੈਰੀਫਾਈ ਕੀਤਾ ਜਾਂਦਾ ਉਹ ਬਿਲਕੁਲ ਐਕਚੁਅਲ ਕੰਡੀਸ਼ਨਸ ਦੇ ਵਿੱਚ। ਸੋ ਇਸ ਕਰਕੇ ਇਹ ਦੋ ਰੀਜ਼ਨਾਂ ਦਾ ਕਰਕੇ ਜਿਹੜਾ ਅਸੀਂ ਕਹਿ ਸਕਦੇ ਹਾਂ, ਇੱਕ ਤਾਂ ਹਿਊਮਨ ਬਿਹੇਵੀਅਰ ਇਨਵੋਲਵ ਨੇ, ਇੱਕ ਵੈਰੀਫਿਕੇਸ਼ਨ ਜਿਹੜੀ ਆ ਉਹ ਪ੍ਰੈਕਟੀਕਲੀ ਐਪਲੀਕੇਬਿਲਿਟੀ ਜਿਹੜੀ ਆ ਉਹ ਵੈਰੀਫਿਕੇਸ਼ਨ ਜਿਹੜੀ ਉਹ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੋ ਸਕਦੀ ਜਿਵੇਂ ਸਾਇੰਸ ਦੇ ਵਿੱਚ ਲੈਬਸ ਦੇ ਵਿੱਚ ਹੁੰਦੀ ਹੈ। ਸੋ ਇਹਨਾਂ ਦੋਵਾਂ ਕਾਰਨਾਂ ਦਾ ਕਰਕੇ ਜਿਹੜਾ ਹੈ ਮੈਨੇਜਮੈਂਟ ਇੱਕ ਸਾਇੰਸ ਹੈ, ਲੇਕਿਨ ਐਗਜ਼ੈਕਟ ਸਾਇੰਸ ਨਹੀਂ ਹੈ। ਮੈਂ ਆਸ ਕਰਦਾ ਕਿ ਤੁਹਾਨੂੰ ਇਹ ਟੌਪਿਕ ਅੱਛੇ ਤਰੀਕੇ ਦੇ ਨਾਲ ਸਮਝ ਲੱਗੀ ਹੋਏਗੀ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।